ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ 2 ਦਿਨ ਦਾ ਦੌਰਾ ਕਰਕੇ ਹਾਲੇ ਗਏ ਨੇ, ਪਰ ਉਹ ਕਈ ਸਵਾਲ ਛੱਡ ਗਏ ਨੇ ਸਾਡੀ ਸਰਕਾਰ ਲਈ, ਸਾਡੇ ਦੇਸ਼ ਵਾਸੀਆਂ ਲਈ। ਮਨੁੱਖੀ ਅਧਿਕਾਰਾਂ ਦਾ, ਕਿਸ ਅੰਦੋਲਨਾਂ ਦਾ, ਬੋਲਣ ਦੀ ਆਜ਼ਾਦੀ ਦਾ। ਇੱਕ ਮੁੱਦੇ ਕਾਫੀ ਪੁਰਾਣੇ ਉੱਠਦੇ ਰਹੇ ਹੈ। ਪਹਿਲਾਂ ਓਬਾਮਾ ਰਾਸ਼ਟਰਪਤੀ ਸੀ, ਉਹ ਵੀ ਆਏ ਸੀ, ਉਹ ਵੀ ਇਹੀ ਗੱਲਾਂ ਕਰਕੇ ਗਏ ਸੀ, ਪਰ ਉਸ ਤੋਂ ਬਾਅਦ ਘਟਿਆ ਨਹੀਂ, ਸਗੋਂ ਵਧਿਆ ਹੀ ਹੈ। ਅਤੇ ਇਸ ਨਾਲ ਸਾਡੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਜਿਹੜੀ ਅਕਸ ਹੈ ਉਹ ਬੜਾ ਖਰਾਬ ਹੋ ਰਿਹਾ ਹੈ, ਕਿਉਂਕਿ ਬਾਹਰਲਾ ਮਹਿਮਾਨ ਆ ਕੇ ਸਾਨੂੰ ਲਾਂਭੇ ਦੇ ਕੇ ਚਲਾ ਜਾਂਦਾ ਹੈ ਅਤੇ ਅਸੀਂ ਦੇਖਦੇ ਰਹਿ ਜਾਂਦੇ ਹਾਂ। ਇਸ ਸੰਵੇਦਨਸ਼ੀਲ ਮੁੱਦੇ 'ਤੇ ਸਾਡੇ ਨਾਲ ਗੱਲਬਾਤ ਕਰਨ ਨੇ ਉੱਘੇ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਜਿਵੇਂ ਕਿ ਮੈਂ ਗੱਲ ਕੀਤੀ ਹੈ ਕਿ ਕੋਈ ਵੀ ਆਉਂਦਾ ਬਾਹਰਲਾ, ਖਾਸ ਤੌਰ 'ਤੇ ਅਮਰੀਕਨ, ਪਹਿਲਾਂ ਵੀ ਆਏ ਨੇ, ਚਾਹੇ ਰਾਸ਼ਟਰਪਤੀ ਓਬਾਮਾ ਹੋਰੀ ਆਏ, ਚਾਹੇ ਹੁਣ ਇਹ ਆਏ ਨੇ, ਉਹ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ। ਪਰ ਮੈਨੂੰ ਕਈ ਵਾਰ ਇਹ ਲੱਗਦਾ ਵੀ ਇਹ ਨਾ ਆਪਣੇ ਉਸ ਭਾਰਤ 'ਤੇ ਪ੍ਰੈਸ਼ਰ ਪਾਉਣ ਲਈ ਆਪਣੀ ਇੱਕ ਸਟ੍ਰੈਟਜੀ ਬਣਾ ਕੇ ਆਉਂਦੇ ਨੇ, ਤਾਂ ਵੀ ਇਸ ਮੁੱਦੇ 'ਤੇ ਅਸੀਂ ਹੋਰ ਕੰਮ ਕਈ ਕਢਾ ਕੇ ਨਿਕਲ ਜਾਂਗੇ। ਪਰ ਜਿਹੜੀ ਉਹ ਗੱਲ ਕਰਕੇ ਜਾਂਦੇ ਅਤੇ ਸਰਕਾਰ ਵੀ ਹਾਲੇ ਲੱਗਦਾ ਕੋਈ ਕੰਨ ਨਹੀਂ ਧਰਦੀ। ਇਹਦੇ ਬਾਰੇ ਤੁਹਾਡੀ ਕੀ ਵਿਚਾਰ ਹੈ? ਇਹਦੇ 'ਚ ਬਿਨਾਂ ਸ਼ੱਕ ਜਿਹੜਾ ਅਮਰੀਕਾ ਦਾ ਸਟਾਈਲ ਹੈ ਕੰਮ ਕਰਨ ਦਾ, ਕਾਰਜ ਪ੍ਰਣਾਲੀ ਹੈ ਉਹਦੀ, ਇਹ ਠੀਕ ਹੈ ਕਿ ਉਹ ਡੈਮੋਕ੍ਰੇਸੀ ਦੇ ਨਾਂ 'ਤੇ, ਜਮਹੂਰੀਅਤ ਦੇ ਨਾਂ 'ਤੇ, ਮਨੁੱਖੀ ਅਧਿਕਾਰਾਂ ਦੇ ਨਾਂ 'ਤੇ ਵੱਖ-ਵੱਖ ਸਰਕਾਰਾਂ 'ਤੇ ਇੱਕ ਨਜ਼ਰ ਰੱਖਣਾ ਅਤੇ ਇੱਕ ਉਹਦੇ 'ਤੇ ਪ੍ਰੈਸ਼ਰ ਬਿਲਡ ਕਰਨਾ, ਦਬਾਅ ਪਾਉਣਾ, ਉਹ ਸਿਸਟਮ ਉਹਦਾ ਰਿਹਾ ਹਮੇਸ਼ਾ ਹੀ। ਪਰ ਇਹਦੇ ਬਾਵਜੂਦ ਅਮਰੀਕਾ ਦੇ ਅੰਦਰਲੀ ਜਿਹੜੀ ਆਪਣੀ ਜਮਹੂਰੀਅਤ ਹੈ, ਜੋ ਉਹਦੇ ਅੰਦਰ ਬੋਲਦੇ ਨੇ ਲੋਕ, ਚਾਹੇ ਨੋਮ ਚਮਸਕੀ ਬੋਲਦਾ, ਜੋਸਫ ਸਟਿਗਲਟਸ ਬੋਲਦਾ, ਵੱਡੇ ਵੱਡੇ ਬੰਦੇ ਲਗਾਤਾਰ ਬੋਲਦੇ ਨੇ, ਉਨੀ ਸਪੇਸ ਅੰਦਰ ਤਾਂ ਉਹ ਦਿੰਦਾ ਆਪਦੇ ਵਾਲਿਆਂ ਨੂੰ ਤਾਂ। ਔਰ ਉਸੇ ਸਪੇਸ ਦੇ ਕਰਕੇ ਜੇਕਰ ਆਪਾਂ ਇਹ ਗੱਲ ਕਰਦੇ ਹਾਂ ਕਿ ਅਮਰੀਕਾ 'ਚੋਂ ਘਟਨਾ ਵਾਪਰੀ ਜਾਰਜ ਫਲੋਇਡ ਵਾਲੀ, ਅਤੇ ਕਿੰਨੇ ਲੋਕਾਂ ਨੇ ਵਿਰੋਧ ਕੀਤਾ ਰਲ ਕੇ ਕਿ ਤੁਸੀਂ ਐਂ ਨਹੀਂ ਮਾਰ ਸਕਦੇ, ਨਸਲੀ ਵਿਤਕਰਾ ਨਹੀਂ ਕਰ ਸਕਦੇ, ਅਤੇ ਉਸ ਤੋਂ ਬਾਅਦ ਕਿੰਨੇ ਸਟੇਟਾਂ 'ਤੇ ਨੈਸ਼ਨਲ ਲੈਵਲ 'ਤੇ ਕਾਨੂੰਨ ਚੇਂਜ ਹੁੰਦੇ ਨੇ, ਕਾਨੂੰਨਾਂ 'ਚ ਤਬਦੀਲੀ ਆਉਂਦੀ ਹੈ। ਮਤਲਬ ਅੰਦਰੂਨੀ ਸੁਸਾਇਟੀ ਦੇ ਜਿਹੜੇ ਹੱਕ ਨੇ, ਜਮਹੂਰੀ ਸੰਸਥਾਵਾਂ ਦਾ ਜਿਹੜੀ ਮਜ਼ਬੂਤੀ ਹੈ, ਇਹ ਤਾਂ ਉਹਦੇ ਅੰਦਰ ਹੈ। ਪਰ ਨਾਲ ਦੀ ਨਾਲ ਉਹ ਫਿਰ ਬੜੀ ਵਾਰ ਬਾਹਰ ਆਪਣੇ ਕੰਮ ਕਰ ਲਈ ਉਹ ਜਿਹੜੇ ਡਿਕਟੇਟਰਸ਼ਿਪ ਦੀਆਂ ਗੌਰਮੈਂਟਾਂ ਨੇ, ਤਾਨਾਸ਼ਾਹ ਸਰਕਾਰਾਂ ਨੇ, ਉਹਨਾਂ ਦੇ ਨਾਲ ਵੀ ਸਮਝੌਤੇ ਕਰਦਾ ਹੈ, ਉਹ ਸਰੈਂਡਰ ਕਰ ਦਿੰਦਾ। ਪਰ ਇਹਦੇ ਬਾਵਜੂਦ ਸਾਡੇ ਜਿਹੜਾ ਮਾਹੌਲ ਹੈ, ਜਿਸ ਮਾਹੌਲ ਦੇ ਵਿੱਚ ਉਹ ਗੱਲ ਕਰਕੇ ਗਿਆ, ਜਿਹੜੀ ਬੈਕਗਰਾਊਂਡ ਹੈ ਮਾਹੌਲ ਦੀ, ਉਹ ਤਾਂ ਸਾਡੇ ਦੇਸ਼ ਦੇ ਵਿੱਚ ਵੀ ਤਾਂ ਚਰਚਾ ਚੱਲ ਹੀ ਰਹੀ ਹੈ। ਅਸੀਂ ਚਿੰਤਤ ਨੇ ਲੋਕ ਉਸ ਮਾਮਲੇ ਦੇ ਵਿੱਚ। ਉਹਨੂੰ ਮਤਲਬ ਬਿਲਕੁਲ ਇਹ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ ਇਕੱਲਾ ਕਿ ਜੀ ਉਹਦੀ ਇਹ ਬਾਰਗੇਨਿੰਗ ਪਾਵਰ ਜਾਂ ਆਪਣੀ ਤਾਕਤ ਵਧਾਉਣ, ਆਪਣਾ ਕੰਮ ਕਰਾਉਣ ਲਈ ਹੈ। ਅੰਦਰੂਨੀ ਬਹਿਸ ਜਿਹੜੀ ਹੈ ਇੱਕ ਚੱਲਣੀ, ਇਹ ਬਹੁਤ ਜ਼ਰੂਰੀ ਹੁੰਦੀ ਹੈ। ਹੁਣ ਤੁਸੀਂ ਦੇਖੋ ਕਿ ਪਹਿਲੇ ਜਿਹੜੇ ਸਾਡੇ ਮਾਮਲੇ ਸੀਗੇ, ਨਾਗਰਿਕ ਸੋਧ ਬਿੱਲ ਦਾ ਸਵਾਲ ਹੋਵੇ, ਪਾਪੂਲੇਸ਼ਨ ਰਜਿਸਟਰ ਦਾ ਸਵਾਲ ਹੋਵੇ, ਇਹਦੇ 'ਤੇ ਇੱਕ ਖਾਸ ਭਾਈਚਾਰੇ ਦੇ ਲੋਕਾਂ ਨੇ 101 ਦਿਨ ਸ਼ਾਹੀਨ ਬਾਗ ਦਾ ਅੰਦੋਲਨ ਚੱਲਿਆ, ਸਭ ਦੇ ਸਾਹਮਣੇ ਸੀ। ਉਹਨਾਂ ਨੂੰ ਲੱਗਿਆ ਸਾਨੂੰ ਅਲੱਗ ਥਲੱਗ ਕਰ ਰਹੇ ਹੋ, 370 ਧਾਰਾ ਮਨਸੂਖ ਕਰ ਦਿਓ, ਬਿਨਾਂ ਉੱਥੇ ਦੀ ਅਸੈਂਬਲੀ, ਬਿਨਾਂ ਉੱਥੇ ਦੀ ਸਰਕਾਰ, ਬਿਨਾਂ ਲੋਕਾਂ ਨਾਲ ਕੋਈ ਸਹਿਮਤੀ ਤੋਂ ਤੁਸੀਂ ਇੱਕ ਗੱਲ ਕਰ ਦਿੰਦੇ ਹੋ, ਅਤੇ ਉਹ ਸੈਂਟਰਲਾਈਜੇਸ਼ਨ ਆਫ ਪਾਵਰ ਦਾ ਉਸ ਰੂਪ ਦੇ ਵਿੱਚ ਲੈ ਲੈਂਦੀ ਹੈ। ਅਤੇ ਇਸੇ ਤਰ੍ਹਾਂ ਹੀ ਜਦੋਂ ਤੁਹਾਡੇ ਹੁਣ ਕਿਸਾਨ ਅੰਦੋਲਨ ਇਸ ਸਮੇਂ ਚੱਲ ਰਿਹਾ, ਕਿਸਾਨ ਤਾਂ ਉਸ ਉਹ ਵੀ ਨਹੀਂ ਕਿ ਇਕੱਲੇ ਮਿਨੋਰਿਟੀ ਦਾ ਅੰਦੋਲਨ, ਤਾਂ ਕਿੱਤੇ ਦਾ ਅੰਦੋਲਨ ਹੈ, ਮਤਲਬ ਅਲੱਗ-ਅਲੱਗ ਟਾਈਪ ਦਾ ਦੇਸ਼ ਦੇ ਬਾਕੀ ਜੋ ਤੁਸੀਂ ਉਹਦੇ ਨਾਲ ਵਿਵਹਾਰ ਕਰ ਰਹੇ ਹੋ। ਕਦੇ ਤੁਸੀਂ ਮੰਨਦੇ ਹੀ ਨਹੀਂ ਕਿ ਕੋਈ ਕਿਸਾਨ ਨੇ, ਕਦੇ ਕੋਈ ਤੁਹਾਡਾ ਬੰਦਾ ਕਹਿੰਦਾ ਮਵਾਲੀ ਨੇ, ਕਦੇ ਤੁਸੀਂ ਸਾਹਮਣੇ ਰੋਕਾਂ ਲਾ ਦਿੰਦੇ ਹੋ, ਕਦੇ ਪਾਣੀ ਕੱਟ ਦਿੰਦੇ ਹੋ, ਕਦੇ ਬਾਕੀ ਦੀਆਂ ਚੀਜ਼ਾਂ। ਅਤੇ ਇਹ ਸਾਰੀ ਦੂਜੀ ਗੱਲ ਇਹ ਹੈ ਕਿ ਤੁਸੀਂ ਜਮਹੂਰੀ ਦੇਸ਼ ਵੀ ਕਹਾਉਂਦੇ ਹੋ, ਸਭ ਤੋਂ ਬੜੀ ਜਮਹੂਰੀਅਤ ਦੇ, ਅਤੇ 22 ਜਨਵਰੀ ਤੋਂ ਬਾਅਦ ਗੱਲਬਾਤ ਦਾ ਵੀ ਸੱਦਾ ਨਹੀਂ ਦੇ ਰਹੇ ਕਿ ਆਪਾਂ ਨੂੰ ਗੱਲਬਾਤ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਹੈ। ਫਿਰ ਜਿਹੜੇ ਵੱਖਰੇ ਵਿਚਾਰਾਂ ਵਾਲੇ ਲੋਕ ਨੇ, ਜਿਹੜੇ ਤੁਹਾਡੇ ਨਾਲ ਮੈਚ ਨਹੀਂ ਕਰਦੇ, ਤੁਹਾਡੀ ਕਾਰਗੁਜ਼ਾਰੀ ਨੂੰ ਪਸੰਦ ਨਹੀਂ ਕਰਦੇ, ਜਾਂ ਤੁਹਾਡੇ ਬਾਦਲੀਲ ਆਪਣੀ ਗੱਲ ਰੱਖਦੇ ਨੇ ਕਿ ਤੁਸੀਂ ਕਿਵੇਂ ਸਰਕਾਰ ਠੀਕ ਨਹੀਂ ਚਲਾ ਰਹੇ, ਕਿਵੇਂ ਉਹਦੇ 'ਚ ਹਜੂਮੀ ਹਿੰਸਾ ਨੂੰ ਕਹਿੰਦੇ ਨੇ ਕਿ ਗਲਤ ਹੈ ਅਤੇ ਇਹ ਧਰਮ ਨਿਰਪੱਖ ਰਾਜ ਨਹੀਂ ਹੈ, ਹਿੰਦੂ ਤਬਦੀ ਪਾਲੀਟਿਕਸ ਹੈ। ਉਹਦੇ 'ਤੇ ਤੁਸੀਂ ਫੜ UAPA 'ਚ ਸੋਧ ਕਰ ਲਈ ਅਤੇ NIA 'ਚ ਸੋਧ ਕਰ ਲਈ, ਅਤੇ ਉਹ UAPA ਰਾਹੀਂ ਕਿੰਨੇ ਹੀ ਬੰਦੇ ਫੜ ਕੇ ਅੰਦਰ ਬੰਦ ਕਰਤੇ, ਅਤੇ ਉਹ ਬੰਦੇ ਅੰਦਰ ਬੰਦ ਕਰਨ ਤੋਂ ਬਾਅਦ, ਕਿਉਂਕਿ ਉਹ ਕਾਨੂੰਨ ਇਹੋ ਜਿਹਾ ਬਣਾਤਾ ਜਿਸ 'ਚ ਜ਼ਮਾਨਤ ਵੀ ਸੰਭਵ ਨਹੀਂ ਹੈ। ਜਮਹੂਰੀਅਤਾਂ 'ਚ ਇਹ ਤਾਂ ਕਦੇ ਨਹੀਂ ਹੁੰਦਾ ਕਿ ਉਹ 80-80, 82-82 ਸਾਲ ਦੇ ਬੰਦੇ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਪ੍ਰਧਾਨ ਮੰਤਰੀ ਨੂੰ ਮਾਰਨ 'ਚ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ, ਉਹ ਵੀ ਮਾਮਲਾ ਤੁਹਾਡੇ ਸਾਹਮਣੇ ਐਡਾ ਵੱਡਾ। ਔਰ ਸਟੇਨ ਸਵਾਮੀ ਦੀ ਮੌਤ 'ਤੇ ਤਾਂ ਦੁਨੀਆ ਵੀ ਔਰ ਦੇਸ਼ ਦੇ ਵੀ ਬਹੁਤ ਸਾਰੇ ਲੋਕ ਲਿਖ ਵੀ ਰਹੇ ਨੇ, ਬੋਲ ਰਹੇ ਨੇ ਕਿ ਇਤਿਹਾਸ 'ਚ ਕਾਲਾ ਦਿਨ ਜਿਹੜਾ ਇਨਸਾਫ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ। ਇਹ ਜਿਹੜੇ ਕਾਫੀ ਵੱਡੇ ਸਵਾਲ ਨੇ, ਘੱਟ ਗਿਣਤੀਆਂ ਦੇ ਸਵਾਲ ਨੇ, ਵੱਖ-ਵੱਖ ਟਾਈਪ ਦੇ ਦਲਿਤਾਂ ਦੇ ਸਵਾਲ ਨੇ, ਕਬਾਇਲੀਆਂ ਦੇ ਸਵਾਲ ਨੇ, ਤੁਹਾਡੇ ਨਾਲੋਂ ਵਖਰੇਵੇਂ ਵਾਲਿਆਂ ਦੇ ਸਵਾਲ ਨੇ, ਇਹਨਾਂ 'ਤੇ ਗੱਲ ਤਾਂ ਕਰਨੀ ਓ ਪਏਗੀ।
ਔਰ ਜੇ ਤੇ ਗੱਲ ਵੀ ਨਹੀਂ ਕਰਦਾ ਕੋਈ ਬੰਦਾ। ਹੁਣ ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਪਾਰਲੀਮੈਂਟ ਦੇ ਵਿੱਚ ਕਿੰਨੇ ਇਸ਼ੂ ਨੇ, ਵਿਰੋਧੀ ਧਿਰਾਂ ਕਈ ਇਸ਼ੂ ਉਠਾ ਰਹੀਆਂ ਨੇ, ਪੈਗਾਸਸ ਦਾ ਉਠਾ ਰਹੀਆਂ ਨੇ, ਕਿਸਾਨ ਅੰਦੋਲਨ ਦਾ ਉਠਾ ਰਹੀਆਂ ਨੇ, ਤੇਲ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਉਹਦਾ ਉਠਾ ਰਹੀਆਂ ਨੇ। ਕਿਤੇ ਵੀ ਕੰਮ ਰੋਕੂ ਜਿਹੜਾ ਮਤਾ ਵੀ ਹੈ ਉਹਦੀ ਵੀ ਉਹਨੂੰ ਵੀ ਸਾਰਿਆਂ ਨੂੰ ਰੱਦ ਕਰੀ ਜਾ ਰਹੇ ਨੇ। ਨਾਰਮਲੀ ਡੈਮੋਕ੍ਰੇਸੀ 'ਚ ਹੁੰਦਾ ਕਿ ਜੇ ਇੰਨੀਆਂ ਧਿਰਾਂ ਮਿਲ ਕੇ ਕਹਿੰਦੀਆਂ ਨੇ ਕਿ ਬਹੁਤ ਮਹੱਤਵਪੂਰਨ ਮੁੱਦਾ ਹੈ, ਬਾਕੀ ਕੰਮ ਬਾਅਦ 'ਚ ਕਰ ਲਾਂਗੇ, 2 ਘੰਟੇ ਪਹਿਲਾਂ ਇੱਥੇ ਗੱਲ ਕਰ ਲਈਏ, ਇਹ ਤਾਂ ਸਰਕਾਰ ਨੂੰ ਮੰਨਣ 'ਚ ਕੋਈ ਹਰਜ ਨਹੀਂ ਨਾ। ਗੱਲ ਕਰਨ 'ਚ ਤਾਂ ਕਿਸੇ ਵੀ ਮੁੱਦੇ 'ਤੇ ਤੁਸੀਂ ਕਹੋ ਵੀ ਪਹਿਲਾਂ ਅਸੀਂ ਇੱਥੇ ਕਰ ਸਕਦੇ ਹਾਂ, ਚਲੋ ਜੀ। ਤੁਸੀਂ ਮਹਿੰਗਾਈ 'ਤੇ ਵੀ ਗੱਲ ਕਰਨ ਲਈ ਤਿਆਰ ਨਹੀਂ, ਖਾਮੋਸ਼ ਹੋ ਜੋ, ਲੋਕਾਂ ਦਾ ਕੋਈ ਦਰਦ ਸੁਣਨ ਲਈ ਤਿਆਰ ਨਹੀਂ। ਬੇਰੁਜ਼ਗਾਰੀ ਤਾਂ ਬੇਰੁਜ਼ਗਾਰ ਐਡੇ ਵੱਡੇ ਪੱਧਰ 'ਤੇ ਅੰਦੋਲਨ ਕਰ ਰਹੇ ਨੇ ਵੱਖ-ਵੱਖ ਥਾਵਾਂ 'ਤੇ, ਉਹਨੂੰ ਵੀ ਸੁਣਨ ਲਈ ਤਿਆਰ ਨਹੀਂ। ਤਾਂ ਇਹ ਜਿਹੜਾ ਕਹਿਣਾ ਹੈ ਬਲਿੰਕਨ ਦਾ ਕਿ ਜਮਹੂਰੀਅਤ ਦੇ ਵਿੱਚ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ, ਜਮਹੂਰੀਅਤ ਦੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ ਕਿਸੇ ਟਾਈਪ ਦਾ, ਨਸਲ ਦਾ, ਜਾਤ ਦਾ, ਧਰਮ ਦਾ, ਜਾਂ ਕੋਈ ਬੋਲੀ ਦਾ, ਜਾਂ ਕੋਈ ਖੇਤਰ ਦਾ। ਔਰ ਇਸੇ ਢੰਗ ਨਾਲ ਜਮਹੂਰੀਅਤ ਦੇ ਵਿੱਚ ਬੰਦਿਆਂ ਦੀ ਆਵਾਜ਼ ਲਈ ਜਗ੍ਹਾ ਰਹਿਣੀ ਚਾਹੀਦੀ ਹੈ। ਜਿਹੜੇ ਵੀ ਉਹ ਕਹਿਣਾ ਚਾਹੁੰਦੇ ਨੇ ਕੁਝ, ਉਹਨੂੰ ਸੁਣਿਆ ਜਾਣਾ ਚਾਹੀਦਾ ਅਤੇ ਜਮਹੂਰੀਅਤ ਦੇ ਫੈਸਲਿਆਂ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਵਧਣੀ ਚਾਹੀਦੀ ਹੈ। ਇਹ ਕੁਝ ਸਵਾਲ ਨੇ, ਇਹ ਸਵਾਲ ਤਾਂ ਬਿਲਕੁਲ ਸਟੈਂਡ ਕਰਦੇ ਨੇ, ਇਹਨਾਂ ਸਵਾਲਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਇਸ ਕਰਕੇ ਜੇ ਤੁਸੀਂ ਇਹ ਕਹਿ ਦੋਗੇ, ਅੱਛਾ ਅਜੇ ਤੱਕ ਇਹ ਕਿਹਾ ਨਹੀਂ ਖੈਰ ਗੌਰਮੈਂਟ ਆਫ ਇੰਡੀਆ ਨੇ ਵੀ ਇਹ ਤਾਂ ਬਾਹਰਲੇ ਬੰਦੇ, ਸਾਨੂੰ ਪਤਾ ਨਹੀਂ, ਅਮਰੀਕਾ ਨੂੰ ਕਹਿਣ ਦੀ ਹਿੰਮਤ ਘੱਟ ਹੈ, ਨਹੀਂ ਤਾਂ ਹੁਣ ਤੱਕ ਕਹਿੰਦੇ ਨੇ ਬਾਹਰਲੀ ਸਾਜ਼ਿਸ਼ ਹੋ ਰਹੀ ਹੈ ਸਾਡੇ ਵਿਕਾਸ ਤੋਂ ਚੱਲਦੇ ਨੇ। ਅਮਨੈਸਟੀ ਇੰਟਰਨੈਸ਼ਨਲ ਨੂੰ ਵੀ ਕਹਿ ਦਿੰਦੇ ਨੇ ਵੀ ਉਹ ਵੀ ਇਹੀ ਗੱਲ ਕਰਦੀ ਹੈ, UN ਉਹ ਕਹਿ ਦਿੰਦੀ ਹੈ, ਉਹ ਵੀ ਇਹੀ ਗੱਲ ਕਰਦੀ ਹੈ ਕਿ ਦੇਸ਼ ਬੜੀ ਤਰੱਕੀ ਕਰ ਰਿਹਾ, ਬਾਕੀ ਸਾਰੇ ਤਰੱਕੀ ਤੋਂ ਜਲਦੇ ਨੇ, ਉਹ ਕੋਈ ਸਾਜ਼ਿਸ਼ ਰਚ ਰਹੇ ਨੇ ਸਾਡੇ ਸਾਰੇ ਮਾਮਲੇ ਦੇ ਵਿੱਚ। ਔਰ ਕਿਹਾ ਇਹ ਜਾਂਦਾ ਕਿ ਕੋਈ ਵੀ ਬਾਹਰਲਾ ਤਾਂ ਕਹੂਗਾ ਜੇ ਤੁਹਾਡੇ ਉਹ ਤਕਲੀਫ ਲੋਕਾਂ ਨੂੰ ਹੈ, ਨਹੀਂ ਤਾਂ ਲੋਕ ਜਵਾਬ ਦੇਣਗੇ। ਲੋਕਾਂ ਨੂੰ ਜਵਾਬ ਦਿੰਦਾ ਵੀ ਸਾਡੇ ਭਾਈ ਇਹੋ ਜਿਹੀ ਕੋਈ ਤਕਲੀਫ ਨਹੀਂ। ਲੋਕ ਰਾਹਤ ਦੀ ਸਾਹ ਲੈਂਦੇ ਨੇ, ਕਿਉਂ? ਕੋਈ ਬੰਦਾ ਆ ਕੇ ਉਹਨਾਂ ਦੀ ਮਨ ਦੀ ਗੱਲ ਕਹਿ ਰਿਹਾ, ਕੋਈ ਬੰਦਾ ਆ ਕੇ ਇਹ ਕਹਿ ਰਿਹਾ ਕਿ ਇਹ ਗੱਲ ਹੋਣੀ ਚਾਹੀਦੀ ਹੈ। ਇਸ ਕਰਕੇ ਬਹੁਤ ਵੱਡਾ ਸਵਾਲ ਹੈ ਇਹ, ਪੂਰੇ ਲੋਕਾਂ ਦੇ ਹੱਕਾਂ ਦੇ ਮਾਮਲੇ 'ਚ ਵੀ ਇਹ ਸਵਾਲ ਹੈ, ਇਹ ਦੇਸ਼ ਦੀ ਬਣਤਰ ਦੇ ਮਾਮਲੇ ਦੇ ਵਿੱਚ ਵੀ ਇਹ ਸਵਾਲ ਹੈ ਕਿ ਲੋਕਾਂ ਦੀ ਕੀ ਭੂਮਿਕਾ ਹੋਏਗੀ ਸੱਤਾਧਾਰੀਆਂ ਦੇ ਵਿੱਚ, ਅਤੇ ਇਹ ਦੇਸ਼ ਦੇ ਪੂਰੇ ਅਕਸ ਦਾ ਸਵਾਲ ਹੈ ਦੁਨੀਆ ਦੇ ਵਿੱਚ ਵੀ। ਇਹ ਸਾਰੇ ਪੱਖਾਂ ਤੋਂ ਹੀ ਮਹੱਤਵਪੂਰਨ ਸਵਾਲ ਹੈ ਜਿਹਦੇ 'ਤੇ ਚਰਚਾ ਬਹੁਤ ਗੰਭੀਰਤਾ ਨਾਲ ਕੀਤੇ ਜਾਣ ਦੀ ਲੋੜ ਹੈ। ਔਰ ਸਰਕਾਰ ਨੂੰ ਵੀ ਸਮਝਣਾ ਚਾਹੀਦਾ, ਸਿਵਲ ਸੁਸਾਇਟੀ ਨੂੰ ਵੀ ਸਮਝਣਾ ਚਾਹੀਦਾ, ਅਤੇ ਜਿਹੜੇ ਲੋਕ ਲੜ ਰਹੇ ਨੇ ਉਹ ਤਾਂ ਖੈਰ ਕਰ ਹੀ ਰਹੇ ਨੇ ਇਹ ਸਪੇਸ ਬਣਾਉਣ ਦੇ ਵਾਸਤੇ। ਹਮੀਰ ਜੀ, ਕਿ ਤੁਸੀਂ ਗੱਲਬਾਤ ਦੌਰਾਨ ਇੱਕ ਸ਼ਬਦ ਵਰਤ ਰਹੇ ਹੋ, ਉਹ ਬਲਿੰਕਨ ਨੇ ਵੀ ਵਰਤੇ ਸੀ, ਚਾਹੀਦਾ, ਵੀ ਇੱਥੇ ਸਾਰਿਆਂ ਨੂੰ ਅਧਿਕਾਰ ਹੋਣੇ ਚਾਹੀਦੇ ਨੇ, ਬੋਲਣ ਦੀ ਆਜ਼ਾਦੀ। ਉਹ ਐਡਾ ਬੜਾ ਮੁਲਕ ਹੈ ਜਿਹੜਾ ਇੰਡੀਆ, ਉੱਦਾਂ ਕਹਿੰਦਾ ਵੀ ਸਾਡਾ ਅੱਜ ਤੱਕ ਦਾ ਸਭ ਤੋਂ ਵੱਡਾ ਨੇੜਲਾ ਮੁਲਕ ਹਿੰਦੁਸਤਾਨ ਹੈ, ਉਹ ਚਾਹੀਦਾ ਕਹਿ ਕੇ ਗਿਆ, ਉਹ ਐਂ ਕਿਉਂ ਨਹੀਂ ਕਹਿ ਕੇ ਵੀ ਕਰੋ ਤੁਸੀਂ? ਦੇਖੋ, ਮੈਨੂੰ ਇਹ ਲੱਗਦਾ ਕੋਈ ਬਾਹਰਲਾ ਦੇਸ਼ ਡਿਕਟੇਟ ਤਾਂ ਨਹੀਂ ਕਰ ਸਕਦਾ, ਕੋਈ ਐਂ ਤਾਂ ਨਹੀਂ ਕਹਿ ਸਕਦਾ ਨਹੀਂ ਤਾਂ ਆਹ ਕਰੋ, ਨਹੀਂ ਮੈਂ ਇਹ ਕਰੂੰਗਾ, ਕਿਉਂਕਿ ਸੋਵਰਨਟੀ ਵੀ ਹੈ, ਇੱਕ ਪ੍ਰਭੂਸੱਤਾ ਹੁੰਦੀ ਹੈ ਹਰ ਇੱਕ ਦੇਸ਼ ਦੀ। ਉਹ ਕਈਆਂ ਤੇ ਫਿਰ ਪਾਬੰਦੀਆਂ ਵੀ ਲਾਉਂਦਾ ਨਾ, ਜਿੱਦਾਂ ਜੇ ਨਹੀਂ ਉਹਦੀ ਗੱਲ ਮੰਨੀ ਜਾਂਦੀ। ਉਹ ਲਾਉਂਦਾ ਆਪਣੇ ਤਰੀਕੇ ਦੀਆਂ, ਉੱਥੇ ਜਦੋਂ ਉਹਦੇ ਕਿਸੇ ਐਗਰੀਮੈਂਟ ਨੂੰ ਤੋੜਦਾ, ਕਿਸੇ ਹੋਰ ਗੱਲ ਨੂੰ ਤੋੜਦਾ, ਉੱਥੇ ਆਰਥਿਕ ਪਾਬੰਦੀਆਂ ਲਾ ਦਿੰਦਾ ਕਿ ਅਤੇ ਜੇ ਤੁਸੀਂ ਨਹੀਂ ਮੰਨਦੇ ਮੈਂ ਇਹ ਲਾਊਂ। ਭਾਰਤ ਵਰਗੇ ਵੱਡੇ ਦੇਸ਼ ਦੇ ਵਿੱਚ, ਕਿਉਂਕਿ ਜਿੱਥੇ ਜਿਹਨੂੰ ਉਹ ਸਟ੍ਰੈਟਜੀਕਲ ਪਾਰਟਨਰ ਵੀ ਸਮਝਦਾ ਹੈ, ਖਾਸ ਤੌਰ 'ਤੇ ਜੋ ਅਫਗਾਨਿਸਤਾਨ ਦੀ ਇਸ ਸਮੇਂ ਸਿਚੁਏਸ਼ਨ ਬਣ ਰਹੀ ਹੈ, ਉਹਨੂੰ ਲੱਗਦਾ ਕਿ ਅਫਗਾਨਿਸਤਾਨ ਦੀ ਸਿਚੁਏਸ਼ਨ 'ਚ ਤਾਲਿਬਾਨ ਆਏ, ਕਿਉਂਕਿ ਅਮਰੀਕਨ ਫੌਜਾਂ ਤਾਂ ਵਾਪਸ ਚਲੀਆਂ ਗਈਆਂ, ਪਰ ਉਹ ਆਪਣਾ ਪ੍ਰਭਾਵ ਤਾਂ ਰੱਖਣਾ ਹੀ ਚਾਹੁੰਦਾ। ਉਹਦੇ 'ਚ ਚਾਈਨਾ ਜਾ ਕੇ ਇਹਨਾਂ ਵੱਡੇ ਪੱਧਰ 'ਤੇ ਵੜ ਜੇ, ਚਾਈਨਾ ਇਸ ਰੀਜਨ ਦਾ ਜੇਕਰ ਬੌਸ ਬਣਦਾ, ਜਿਹਨੂੰ ਅਮਰੀਕਾ ਵੱਡੀ ਤਾਕਤ ਵਜੋਂ ਵੇਖ ਰਿਹਾ ਕਿ ਜੇ ਉੱਭਰਦਾ ਤਾਂ ਸਾਡਾ ਲਾਸ ਹੋਏਗਾ ਆਰਥਿਕ ਤੌਰ 'ਤੇ ਵੀ, ਬਾਕੀ ਉਹਦੇ ਵਾਸਤੇ ਉਹ ਭਾਰਤ ਅਤੇ ਪਾਕਿਸਤਾਨ ਦੋਨਾਂ ਨੂੰ ਕਿਸੇ ਨਾ ਕਿਸੇ ਇੱਕ ਪਲੇਟਫਾਰਮ 'ਤੇ ਵੀ ਲਿਆਉਣਾ ਚਾਹੁੰਦਾ, ਦੋਨਾਂ ਨਾਲ ਦੋਸਤੀ ਦਾ। ਉਹਦੇ ਸਟ੍ਰੈਟਜੀਕਲ ਰਣਨੀਤਿਕ ਆਪਣੀ ਇੱਕ ਅਪਰੋਚ ਹੈ, ਉਹਨੇ ਉਸ ਅਪਰੋਚ ਤੋਂ ਤੈਅ ਕਰਨਾ। ਸਹਿੰਦਾ ਇੰਨਾ ਕਹਿਣਾ ਵੀ ਮੇਰੇ ਖਿਆਲ ਉਹ ਦੁਨੀਆ 'ਚ ਆਪਣਾ ਇੱਕ ਭੱਲ ਜੀ ਬਣਾਉਣ ਜੋਗਾ ਹੀ ਕਹਿ ਕੇ ਜਾਂਦਾ ਵੀ ਨਹੀਂ ਮੈਂ ਕਹਿ ਤਾਂ ਰਿਹਾ ਇਸ ਗੱਲ ਦੇ ਲਈ। ਸਭ ਨਾਲ ਪੰਗਾ ਨਹੀਂ, ਉਹਨੇ ਕੀ ਲੈਣਾ? ਵੈਸੇ ਤਾਂ ਉਹਨੇ ਜੇ ਦੇਖੀਏ ਅਰਬ ਵਰਲਡ ਦੇ ਵਿੱਚ ਕਿੰਨੇ ਤਾਨਾਸ਼ਾਹ ਨਾਲ ਦੋਸਤੀ ਕਰਕੇ ਸਦਾਮ ਹੁਸੈਨ ਦੇ ਨਾਲ ਕੀ ਹਾਲ ਕੀਤਾ, ਕੁਵੈਤ ਦੇ ਵਿੱਚ ਕਿੰਨੇ ਉਹਨਾਂ ਦੇ ਤੇਲ ਖੂਹਾਂ 'ਤੇ ਕੀ ਕੀਤਾ, ਜੰਗਾਂ ਜਿਹੜੀਆਂ ਲੱਗੀਆਂ ਨੇ ਕਿੰਨੇ ਨਿਰਦੋਸ਼ ਲੋਕ ਮਾਰੇ ਗਏ, ਅਫਗਾਨਿਸਤਾਨ 'ਚ ਵੀ ਕਦੋਂ ਦਾ ਬੈਠਾ ਸੀ ਉਹ। ਉਹਦਾ ਕੋਈ ਕਰੈਕਟਰ ਜਾਂ ਉਹਦਾ ਕੋਈ ਬੈਕਗਰਾਊਂਡ ਕੋਈ ਇੰਨੀ ਵਧੀਆ ਨਹੀਂ ਕਿ ਉਹ ਜਮਹੂਰੀਅਤ ਦੀ ਉਹ ਗੱਲ ਕਰਦਾ। ਹਾਂ, ਜਮਹੂਰੀਅਤ ਆਪਣੇ ਨਾਗਰਿਕਾਂ ਨੂੰ ਉਹਦੇ ਅੰਦਰ, ਕਿਉਂਕਿ ਇੱਕ ਸਹਿਜ ਵਿਕਾਸ ਦੇ ਰਾਹੀਂ ਉੱਥੇ ਸੰਸਥਾਵਾਂ ਇੰਨੀਆਂ ਮਜ਼ਬੂਤ ਹੋ ਗਈਆਂ ਨੇ ਚੈੱਕ ਐਂਡ ਬੈਲੈਂਸ ਵਾਲੀਆਂ, ਉਹ ਲੋਕਾਂ ਦਾ ਰਾਜਨੀਤਿਕ ਪੱਧਰ ਇੰਨਾ ਉੱਚਾ ਹੋ ਗਿਆ ਕਿ ਉਹ ਉਹਨੂੰ ਬਰਦਾਸ਼ਤ ਨਹੀਂ ਕਰਦੇ ਕਿਸੇ ਵੀ ਹੋਰ ਪਾਬੰਦੀ ਨੂੰ। ਅੰਦਰ ਹੋਰ ਚੀਜ਼ ਹੈ ਅਤੇ ਬਾਹਰ ਹੋਰ ਚੀਜ਼ ਹੈ। ਇਹ ਪੁਰਾਣੇ ਸਮੇਂ 'ਚ ਵੀ ਐਵੇਂ ਜਿਵੇਂ ਕਬੀਲਿਆਂ ਦੇ ਵਿੱਚ ਆਪਣੇ ਬੰਦੇ ਨੂੰ ਪ੍ਰੋਟੈਕਟ ਕਰਨਾ, ਬਾਹਰਲੇ ਬੰਦੇ ਵੀ ਮਾਰ ਦਿਓ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਹੈਗੀ ਆ ਉਹ ਸਿਚੁਏਸ਼ਨ। ਔਰ ਚਾਹੀਦਾ ਕਹਿਣਾ ਵੀ ਮੇਰੇ ਖਿਆਲ ਹੈ ਇੱਕ ਪਬਲਿਕ ਓਪੀਨੀਅਨ ਬਣਾਉਂਦਾ ਹੈ, ਲੋਕਾਂ ਦੇ ਵਿੱਚ ਇੱਕ ਰਾਏ ਬਣਾਉਂਦਾ। ਦੁਨੀਆ ਦੇ ਵਿੱਚ ਅੱਜ ਕੱਲ੍ਹ
ਵਰਲਡ ਪਬਲਿਕ ਓਪੀਨੀਅਨ ਦਾ ਬਹੁਤ ਵੱਡਾ ਯੋਗਦਾਨ ਹੈ। ਜੇ ਉਹ ਸਾਡੇ ਉਲਟ ਬਣਦਾ ਹੈ ਤਾਂ ਤੁਹਾਡੀ ਬਹੁਤ ਜ਼ਿਆਦਾ ਛਵੀ ਨੂੰ ਲਾਸ ਹੁੰਦਾ ਹੈ, ਤੁਹਾਡੇ ਵਪਾਰ ਨੂੰ, ਤੁਹਾਡੇ ਕਿੱਤੇ ਨੂੰ, ਤੁਹਾਡੇ ਇਮੇਜ ਨੂੰ ਬੜਾ ਲਾਸ ਹੁੰਦਾ ਹੈ। ਉਹ ਤਾਂ ਇਹੀ ਕਹਿ ਸਕਦਾ ਹੈ। ਪਰ ਜਿਹੜੇ ਉਹਨਾਂ ਨੂੰ ਇਹ ਹਲਾਰਾ ਜ਼ਰੂਰ ਮਿਲਦਾ ਜਿਹੜੇ ਬੰਦੇ ਲੜ ਰਹੇ ਨੇ ਇਸ ਸਪੇਸ ਦੇ ਵਾਸਤੇ, ਜਿਹੜੇ ਅੰਦੋਲਨਕਾਰੀ ਨੇ, ਜਿਨ੍ਹਾਂ ਨੂੰ ਮੋਦੀ ਅੰਦੋਲਨ ਜੀਵੀ ਕਹਿ ਦਿੰਦਾ ਕਈ ਵਾਰ, ਅਤੇ ਵੈਸੇ ਉਹ ਅੰਦੋਲਨ ਕਰ ਰਹੇ ਨੇ ਡੈਮੋਕ੍ਰੇਸੀ ਨੂੰ ਬਚਾਉਣ ਦੇ ਵਾਸਤੇ। ਇਹ ਦੇਸ਼ ਦੀਆਂ ਜਿਹੜੀਆਂ ਪਰੰਪਰਾਵਾਂ ਨੇ, ਦੇਸ਼ ਦਾ ਜਿਹੜਾ ਸੰਵਿਧਾਨਕ ਸਟਰਕਚਰ ਹੈ, ਜਿਹੜਾ ਸਟਰਕਚਰ ਫੰਡਾਮੈਂਟਲ ਰਾਈਟ ਦਿੰਦਾ ਹੈ, ਜਿਹੜਾ ਸਟਰਕਚਰ ਇਹ ਕਹਿੰਦਾ ਸੈਕੂਲਰ ਰਹੇਗਾ, ਜਿਹੜਾ ਸਟਰਕਚਰ ਕਹਿੰਦਾ ਡੈਮੋਕ੍ਰੈਟਿਕ ਰਹੇਗਾ, ਜਿਹਦੀ ਪ੍ਰਸਤਾਵਨਾ ਅਸੀਂ ਭਾਰਤ ਦੇ ਲੋਕਾਂ ਤੋਂ ਸ਼ੁਰੂ ਹੁੰਦੀ ਹੈ। ਹੁਣ ਉਹ ਅਸੀਂ ਭਾਰਤ ਦੇ ਲੋਕ ਤਾਂ ਕਿਤੇ ਦਿਖਾਈ ਨਹੀਂ ਦਿੰਦੇ, ਹੁਣ ਤਾਂ ਕੁਝ ਇੱਕ ਦੋ ਬੰਦੇ ਦਿਖਾਈ ਦਿੰਦੇ ਨੇ ਜਿਨ੍ਹਾਂ ਦੀ ਗੱਲ ਚੱਲਦੀ ਹੈ। ਇਹ ਕਾਫੀ ਵੱਡਾ ਇਸ਼ੂ ਹੈ। ਉਹਨਾਂ ਲਈ ਇਹ ਇੱਕ ਸਪੋਰਟ ਬੇਸ ਬਣ ਜਾਂਦਾ, ਉਹਨਾਂ ਨੂੰ ਹੌਸਲਾ ਦਿੰਦੀ ਹੈ ਇਹ ਗੱਲ ਕਿ ਸਾਡੀ ਗੱਲ 'ਚ ਵਜਨ ਹੈ। ਇਸੇ ਕਰਕੇ ਬਾਹਰਲੇ ਲੋਕਾਂ ਨੂੰ ਵੀ ਇਹ ਕਹਿਣੀ ਪੈ ਰਹੀ ਹੈ। ਇਹ ਤੋਂ ਲੱਗਦਾ ਵੀ ਅਮਰੀਕਾ ਸਮਾਂ ਸਥਿਤੀ ਦੇ ਮੁਤਾਬਕ ਆਪਣੇ ਕਾਰੋਬਾਰ ਨੂੰ ਮੁੱਖ ਰੱਖ ਕੇ ਹੀ ਸਾਰੀਆਂ ਗੱਲਾਂ ਇਹ ਆਮ ਤੌਰ 'ਤੇ ਕਰਦਾ। ਇੱਕ ਉੱਧਰ ਬਲਿੰਕਨੋਰੀ ਕਰ ਰਹੇ ਸੀ ਵੀ ਜਮਹੂਰੀਅਤ ਦੀ ਗੱਲ ਸੁਣੀ ਜਾਵੇ, ਆਪਣੇ ਵਿਰੋਧੀਆਂ ਦੀ ਗੱਲ ਸੁਣੀ ਜਾਵੇ, ਪਰ ਨਾਲ ਹੀ ਸਾਡੇ ਸੰਸਦ ਦੇ ਵਿੱਚ ਪੈਗਾਸਸ ਖੇਤੀ ਕਾਨੂੰਨਾਂ ਬਾਰੇ ਵੀ ਪੂਰਾ ਰੌਲਾ ਚੱਲ ਰਹੀ ਹੈ। ਸਰਕਾਰ ਕੋਈ, ਜਿਵੇਂ ਸ਼ੁਰੂ 'ਚ ਤੁਸੀਂ ਕੀਤਾ, ਵੀ ਸੁਣ ਨਹੀਂ ਰਹੀ। ਅਤੇ ਇਹਦਾ ਹੁਣ ਕੀ ਹੱਲ ਹੈ ਕਿ ਇਹ ਖੜੋਤ ਆਪਸ 'ਚ ਬਣੀ ਰਹੂਗੀ? ਕਿਉਂਕਿ ਇਹਦੇ 'ਚ ਸਰਕਾਰ ਬਹੁਤ ਫਾਇਦੇ 'ਚ ਜਾ ਰਹੀ ਹੈ। ਉਹ ਰੋਜ਼ ਨਿੱਤ ਨਵਾਂ ਬਿੱਲ ਲਿਆਉਂਦੀ ਹੈ ਅਤੇ ਉਹਨਾਂ ਨੂੰ ਪਾਸ ਵੀ ਕਰਵਾ ਰਹੀ ਹੈ। ਇਹ 'ਚ ਤਾਂ ਇੱਦਾਂ ਹੋ ਗਿਆ ਵੀ ਤੁਸੀਂ ਖੁੱਲ੍ਹੇ ਮੈਦਾਨ ਦੇ ਵਿੱਚ ਸਰਕਾਰ ਖੜ੍ਹੀ ਹੈ। ਜੇ ਵਿਰੋਧੀ ਧਿਰ ਕਹਿੰਦੇ ਵੀ ਉਹਨਾਂ ਐਲੀਗੇਸ਼ਨ ਲੱਗ ਰਿਹਾ ਵੀ ਤੁਸੀਂ ਬਹਿਸ 'ਤੇ ਨਹੀਂ ਆਉਂਦੇ, ਅਸੀਂ ਆਪਣਾ ਕੰਮ ਤਾਂ ਕਰਨਾ ਹੀ ਹੈ। ਇਹਦੇ ਬਾਰੇ ਹੁਣ ਜਿਹੜੇ ਲੋਕਾਂ ਦੀ ਗੱਲ ਪਹੁੰਚੇ ਬਿੱਲਾਂ ਦੇ ਉੱਤੇ ਖਾਸ 'ਤੇ ਪਾਸ ਹੋ ਰਹੇ ਆ, ਜਿਨ੍ਹਾਂ ਦਾ ਬਾਅਦ 'ਚੋਂ ਵਿਰੋਧ ਵੀ ਕੀਤਾ ਜਾਊਗਾ, ਪਰ ਬਾਅਦ 'ਚੋਂ ਇੱਕ ਸਪਸ਼ਟ ਹੋ ਜਾਊਗਾ ਵੀ ਤੁਸੀਂ ਆਪਣੇ ਉਹਦੇ ਚਰਚਾ ਦੇ ਵਿੱਚ ਨਹੀਂ ਆਏ। ਇਹਦਾ ਤਾਂ ਅਸਰ ਪੈਣ ਵਾਲਾ ਹੀ ਹੈ ਨਾ। ਨਹੀਂ, ਅਸਰ ਪਊਗਾ। ਇਹਦਾ ਮਤਲਬ ਇਹਦੇ ਤੋਂ ਹੀ ਜਿਹੜਾ ਤੁਹਾਡਾ ਵਿਵਹਾਰ ਹੈ ਇਹ ਦਿਖਾਈ ਦੇ ਰਿਹਾ ਕਿ ਤੁਸੀਂ ਕਿੰਨਾ ਅਨਡੈਮੋਕ੍ਰੈਟਿਕ ਅਤੇ ਗੈਰ ਜਮਹੂਰੀ ਤਰੀਕਾ ਵਰਤ ਰਹੇ ਹੋ। ਅਤੇ ਜੇ ਦੋ ਬਿੱਲ ਪਾਰਲੀਮੈਂਟ ਵਰਗੇ ਹਾਊਸ ਦੇ ਵਿੱਚ ਕੇਵਲ 20 ਮਿੰਟਾਂ ਦੇ ਅੰਦਰ 20 ਮਿੰਟ ਤਾਂ ਇਸੇ ਗੱਲ ਨੂੰ ਲੱਗਦੇ ਨੇ ਨਾ ਕਿ ਬਿੱਲ ਦਾ ਟਾਈਟਲ ਕੀ ਹੈ, ਬਿੱਲ ਫਲਾਨਾ, ਬਹਿਸ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ, ਔਰ ਉਹ ਪਾਸ ਕਰਾ ਰਹੇ ਹੋ ਤੁਸੀਂ। ਇਹਦੇ 'ਚ ਮੈਨੂੰ ਇਹ ਲੱਗਦਾ ਕਿ ਬਹਿਸ ਦਾ ਜਿਹੜਾ ਰੋਕਣ ਦਾ ਕੰਮ ਸ਼ਾਇਦ ਵਿਰੋਧੀ ਧਿਰ ਨਹੀਂ ਕਰ ਰਹੀ, ਉਹ ਸਰਕਾਰ ਹੀ ਕਰ ਰਹੀ ਹੈ। ਜੇ ਹੁਣ ਮੋਟੇ ਤੌਰ 'ਤੇ ਆਪਾਂ ਪੈਗਾਸਸ ਦਾ ਇਸ਼ੂ ਲਈਏ, ਬਾਕੀ ਚਲੋ ਇਹ ਸਾਡਾ ਸਥਾਨਕ ਇਸ਼ੂ ਹੈ, ਜਿਹੜਾ ਕਿਸਾਨੀ ਦਾ ਇਸ਼ੂ ਹੈ, ਇਹ ਤਾਂ ਵੱਡੇ ਦੇਸ਼ਾਂ ਦਾ ਇਸ਼ੂ ਹੈ ਨਾ। ਹੁਣ ਉਹਦੇ 'ਚ ਕੀ ਹੈ ਕਿ ਜਿਹੜੀ ਆਰਗੇਨਾਈਜੇਸ਼ਨ ਹੈ ਜਿਹਦੀਆਂ ਸੇਵਾਵਾਂ ਲਈਆਂ ਗਈਆਂ ਨੇ, ਇੱਕੋ ਹੀ ਸਵਾਲ ਪੁੱਛਿਆ ਜਾ ਰਿਹਾ, ਬਹੁਤੇ ਸਵਾਲ ਹੀ ਨਹੀਂ ਪੁੱਛੇ ਜਾ ਰਹੇ। ਸਵਾਲ ਇਹ ਪੁੱਛਿਆ ਜਾ ਰਿਹਾ ਕਿ ਕੀ ਤੁਸੀਂ ਉਹਦੀਆਂ ਸੇਵਾਵਾਂ ਹਾਇਰ ਕੀਤੀਆਂ ਨੇ ਜਾਂ ਨਹੀਂ। ਸਰਕਾਰ ਹਾਂ ਜਾਂ ਨਾ 'ਚ ਕੁਛ ਤਾਂ ਕਹੇ, ਜਦ ਤੱਕ ਇਹ ਨਹੀਂ ਬਿਲਕੁਲ ਨਹੀਂ ਔਨ ਦੀ ਫਲੋਰ ਆਫ ਦੀ ਹਾਊਸ ਕਹੇ, ਲਿਖ ਕੇ ਹੋਮ ਮਿਨਿਸਟਰੀ ਕਹੇ ਕਿ ਅਸੀਂ ਕੋਈ ਸੇਵਾਵਾਂ ਨਹੀਂ ਲਈਆਂ, ਠੀਕ ਹੈ। ਅਗਲਾ ਸਵਾਲ ਫਿਰ ਪੈਦਾ ਹੋ ਜਾਊਗਾ। ਅਗਲਾ ਸਵਾਲ ਫਿਰ ਇੰਨਾ ਪੈਦਾ ਹੁੰਦਾ ਹੈ ਵੀ ਜੇ ਤੁਸੀਂ ਨਹੀਂ ਲਈਆਂ, ਉਹ ਕਹਿ ਰਹੀ ਹੈ ਜਿਹੜੀ ਕੰਪਨੀ ਕਿ ਅਸੀਂ ਤਾਂ ਆਫੀਸ਼ੀਅਲ ਗੌਰਮੈਂਟਾਂ ਤੋਂ ਬਿਨਾਂ ਕਿਸੇ ਨੂੰ ਇਹ ਡਾਟਾ ਦਿੰਦੇ ਹੀ ਨਹੀਂ, ਨਾ ਕਿਸੇ ਲਈ ਇਹ ਕੰਮ ਕਰਦੇ ਹਾਂ, ਫਿਰ ਉਹਦੀ ਜਾਂਚ ਹੋਣੀ ਚਾਹੀਦੀ ਹੈ। ਤਾਂ ਜਾਂਚ ਕਰਾਉਣ 'ਚ ਕੀ ਪ੍ਰੋਬਲਮ ਹੈ? ਜੇਕਰ ਤੁਹਾਡੇ ਤੋਂ ਬਾਹਰ ਹੋ ਕੇ ਕੋਈ ਗੱਲ ਹੋ ਰਹੀ ਹੈ ਤਾਂ ਦੇਸ਼ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਤੁਸੀਂ ਸਾਡੀ ਸਰਕਾਰ ਹੋ, ਤੁਸੀਂ ਸਾਡੇ ਜਾਨ ਮਾਲ ਦੀ ਰਾਖੀ ਕਰਨੀ ਹੈ, ਤੁਸੀਂ ਦੇਸ਼ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਲਈ ਹੈ, ਤੁਸੀਂ ਸਾਡੇ ਨਿਜਤਾ ਦੇ ਕਾਨੂੰਨ ਜਿਹੜਾ ਬਣਿਆ ਹੋਇਆ ਉਹਦੀ ਰਾਖੀ ਕਰਨੀ ਹੈ, ਅਤੇ ਤੁਸੀਂ ਫਿਰ ਕਿਉਂ ਨਹੀਂ ਜਾਂਚ ਕਰਾਉਂਦੇ? ਜੇ ਫਰਾਂਸ ਕਰਾਉਂਦਾ, ਫਰਾਂਸ ਦਾ ਪ੍ਰੈਜ਼ੀਡੈਂਟ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਫੋਨ 'ਤੇ ਵੀ ਗੱਲ ਕਰਦਾ। ਅੱਜ ਦੀਆਂ ਖਬਰਾਂ ਨੇ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਦੇ ਹੁਕਮ 'ਤੇ ਇਜ਼ਰਾਈਲ ਦਾ ਜਿਹੜੀਆਂ ਡਿਫੈਂਸ ਡਿਪਾਰਟਮੈਂਟ ਹੈ ਉਹਦੇ ਅਫਸਰਾਂ ਨੇ ਉਸ ਕੰਪਨੀ ਦੇ ਜਿਹੜੀਆਂ ਸੇਵਾਵਾਂ ਦਿੰਦੀ ਹੈ ਦਫ਼ਤਰ ਚੈੱਕ ਕੀਤੇ ਨੇ, ਅਤੇ ਮੁੜ ਕੇ ਪੈਰਿਸ ਨਾਲ ਵੀ ਉਹ ਦੁਬਾਰਾ ਤਾਲਮੇਲ ਕਰਦਾ। ਜੇ ਦੁਨੀਆ ਦੇ ਦੇਸ਼ ਜਿਨ੍ਹਾਂ ਦਾ ਨਾਂ ਆਈ ਜਾਂਦਾ ਉਹ, ਅਤੇ ਜਿਹੜੇ ਦੇਸ਼ ਦੀ ਕੰਪਨੀਆਂ ਉਹ ਸਾਰੇ ਰਲ ਕੇ ਇਹਦੀ ਜਾਂਚ ਕਰਨ ਲਈ ਤਿਆਰ ਨੇ, ਤਾਂ ਸਾਡੇ ਕਿਉਂ ਨਹੀਂ ਜਾਂਚ ਕਰਨ ਲਈ ਤਿਆਰ? ਇਹ ਸਵਾਲ ਤਾਂ ਬੜਾ ਆਮ ਜਿਹਾ ਸਵਾਲ ਹੈ ਅਤੇ ਗੌਰਮੈਂਟ ਕੋਲ ਕੋਈ ਜਵਾਬ ਵੀ ਹੈ ਨਹੀਂ। ਅਤੇ ਇਹਨੂੰ ਕੌਣ ਕਹੂਗਾ ਕਿ ਕੁਝ ਨਹੀਂ ਕਹਿ ਰਹੇ ਅਸੀਂ ਕਹਿ ਰਹੇ ਹਾਂ ਕਿ ਲੋਕਾਂ ਨੂੰ ਤਸੱਲੀ ਕਰਾ ਦਿਓ ਕਿ ਕੌਣ ਬੰਦੇ ਨੇ ਇਹੋ ਜਿਹੇ ਸਾਜ਼ਿਸ਼ੀ ਜਿਨ੍ਹਾਂ ਨੇ ਸਾਜ਼ਿਸ਼ ਕੀਤੀ ਹੈ। ਉਹ ਤਾਂ ਗੌਰਮੈਂਟ ਦੀ ਡਿਊਟੀ ਹੈ ਨਾ, ਗੌਰਮੈਂਟ ਦਾ ਫਰਜ਼ ਹੈ। ਪ੍ਰਧਾਨ ਮੰਤਰੀ ਆ ਕੇ ਕਿਉਂ ਸੰਬੋਧਨ ਨਹੀਂ ਕਰਦੇ ਉਹਨੂੰ? ਹੋਮ ਮਿਨਿਸਟਰ ਆ ਕੇ ਕਿਉਂ ਸੰਬੋਧਨ ਨਹੀਂ ਕਰਦਾ ਕਿ ਮੈਂ ਆ ਬਿਆਨ ਦੇਣ ਲਈ ਤਿਆਰ ਨਾ? ਅਤੇ ਉਸ ਤੋਂ ਬਾਅਦ ਆਪ ਹੀ ਚੱਲ ਪਊਗਾ ਸਦਨ, ਮੇਰਾ ਖਿਆਲ ਹੈ। ਅਤੇ ਇਹ ਨਹੀਂ ਲੱਗਦਾ ਕਿ ਸਰਕਾਰ ਦੀ ਚੁੱਪ ਸਭ ਕੁਛ ਬਿਆਨ ਕਰ ਰਹੀ ਹੈ? ਉਸੇ 'ਚੋਂ ਹੀ ਤਾਂ ਡਰ ਅੰਦਾਜ਼ੇ ਲਾਏ ਜਾ ਰਹੇ ਨਾ। ਫਿਰ ਜਿੰਨੀ ਚੁੱਪ ਹੈ, ਕਿਸੇ ਵੀ ਗਲਤ ਗੱਲ 'ਤੇ ਚੁੱਪ ਹੈ, ਤੁਹਾਡੇ ਕੋਲ ਜਿੰਨੇ ਮਰਜ਼ੀ ਸੱਚੇ ਹੋਣ, ਜੋ ਮਰਜ਼ੀ ਹੋਵੇ, ਅੰਦਾਜ਼ਾ ਤਾਂ ਇਹੀ ਲੱਗੂਗਾ ਕਿ ਤੁਸੀਂ ਸ਼ਾਮਲ ਹੋ ਉਸ ਚੀਜ਼ 'ਚ। ਜੇ ਸ਼ਾਮਲ ਨਹੀਂ ਹੋ, ਤੁਹਾਡਾ ਕੋਈ ਦੋਸਤ ਮਿੱਤਰ ਬਾਹਰਲਾ ਸ਼ਾਮਲ ਹੋਏਗਾ ਅਤੇ ਉਹਨੂੰ ਤੁਸੀਂ ਬਾਹਰ ਸਾਹਮਣੇ ਲਿਆਉਣਾ ਨਹੀਂ ਚਾਹੁੰਦੇ। ਉਸੇ ਜਿਵੇਂ ਰਾਫੇਲ ਦਾ ਹੋਇਆ, ਰਾਫੇਲ 'ਚ ਇੱਥੇ ਇੰਨਾ ਰੌਲਾ ਪਿਆ ਕਿ ਤੁਸੀਂ ਜਾਂਚ ਕਰਾ ਲਓ, ਨਹੀਂ ਕਰਾਇਆ। ਹੁਣ ਫਰਾਂਸ ਵਾਲਿਆਂ ਨੇ ਸ਼ੁਰੂ ਕਰਤੀ, ਜਿਹਨੇ ਵੇਚਿਆ ਉਹਨੇ ਸ਼ੁਰੂ ਕਰਤੀ, ਉਹਨੂੰ ਤਾਂ ਤੁਸੀਂ ਰੋਕ ਵੀ ਨਹੀਂ ਸਕਦੇ ਨਾ ਜਾ ਕੇ। ਅਤੇ ਤੁਸੀਂ ਕੀ ਕਰੋਗੇ? ਇਹ ਉਹਨੇ ਤੈਅ ਕਰਤਾ ਕਿ ਵਿਚੋਲਗੀ ਦੇ ਵਿੱਚ ਕਮਿਸ਼ਨ ਲਿਆ ਗਿਆ,
ਇਹਦਾ ਮਤਲਬ ਤੁਹਾਡਾ ਤਾਂ ਗੱਲ ਬਿਲਕੁਲ ਹੀ ਜਿਹੜੀ ਤੁਸੀਂ ਦਾਅਵੇ ਕਰਦੇ ਸੀ ਉਹ ਦਾਅਵੇਦਾਰੀ ਖਤਮ ਹੋ ਗਈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਕੁਝ ਨਹੀਂ ਲਿਆ ਜੀ, ਕੋਈ ਹਿੱਸਾ ਨਹੀਂ ਲਿਆ। ਤਾਂ ਤੁਸੀਂ ਇਹ ਕਰਕੇ ਕੀ ਕਰਦੇ ਹੋ? ਤੁਸੀਂ ਆਪਣੀ ਭਰੋਸੇਯੋਗਤਾ ਬਣਾ ਰਹੇ ਹੋ ਜਾਂ ਭਰੋਸੇਯੋਗਤਾ ਮਿਟਾ ਰਹੇ ਹੋ? ਗਵਰਨਮੈਂਟ ਨੂੰ ਟੈਂਪਰੇਰੀ ਚਾਹੇ ਫਾਇਦਾ ਲੱਗਦਾ ਹੋਵੇ ਵੀ ਚਲੋ ਵਿਰੋਧੀ ਧਿਰ ਨਹੀਂ ਆ ਰਹੀ, ਆਪਾਂ ਬਿੱਲ ਪਾਸ ਕਰਾ ਲਓ, ਫਲਾਣੇ ਕਰਾ ਲਓ, ਮੈਨੂੰ ਲੱਗਦਾ ਇਹਦੀ ਲੌਂਗ ਰਨ ਪੋਲੀਟੀਕਲ ਕਾਸਟ ਜਿਹੜੀ ਹੁੰਦੀ ਹੈ, ਸਿਆਸੀ ਕੀਮਤ ਦੇਣੀਓ ਪੈਂਦੀ ਹੈ। ਤੁਸੀਂ ਐ ਅੰਨ੍ਹੇਵਾਹ ਕਹਿ ਕੇ ਤਾਨਾਸ਼ਾਹ ਰੋਲ ਨਹੀਂ ਚਲਾ ਸਕਦੇ, ਜਿੱਥੇ ਨਾ ਤੁਸੀਂ ਲੱਖਾਂ ਦੀ ਤਾਦਾਦ ਦੇ ਵਿੱਚ ਬੈਠੇ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹੋ, ਉਹਦੇ ਤੇ ਚਰਚਾ ਪਾਰਲੀਮੈਂਟ ਦੇ ਵਿੱਚ ਜੇਕਰ ਉਹ ਬੈਠੇ ਹੋਏ ਨੇ ਔਰ ਉਹਨਾਂ ਨੇ ਇੱਕ ਵੋਟਰ ਵਿਪ ਜਾਰੀ ਕੀਤਾ ਹੈ, ਪਹਿਲੀ ਵਾਰ ਮੇਰੇ ਖਿਆਲ ਉਹ ਪਾਰਲੀਮੈਂਟ ਮੈਂਬਰ ਵੀ ਮਜਬੂਰੀ 'ਚ ਬਾਹਰ ਨਹੀਂ ਆ ਰਹੇ, ਕਿਉਂਕਿ ਉਹਨਾਂ ਨੇ ਕਿਹਾ ਅੰਦਰ ਹੀ ਰੌਲਾ ਪਾਉਣਾ, ਜੇ ਤੁਸੀਂ ਵਾਕਆਊਟ ਕਰਕੇ ਬਾਹਰ ਆ ਗਏ ਅਸੀਂ ਮੰਨਾਂਗੇ, ਤੁਸੀਂ ਸਾਡੀ ਗੱਲ ਨਹੀਂ ਕਰ ਰਹੇ, ਅੰਦਰ ਰੌਲਾ ਪਾਓ। ਉਹ ਰੌਲਾ ਪਾਉਂਦੇ ਨੇ, ਬਾਰ-ਬਾਰ ਅਡਜੌਰਨ ਹੋ ਜਾਂਦਾ ਰਾਜ ਸਭਾ ਵੀ ਤੇ ਲੋਕ ਸਭਾ ਵੀ। ਇੱਕ ਤਾਂ ਇਹ ਕਿਸਾਨਾਂ ਦੇ ਅੰਦੋਲਨ ਦੀ ਤਾਕਤ ਨੂੰ ਆਪੋਜੀਸ਼ਨ ਮਹਿਸੂਸ ਕਰ ਰਹੀ ਹੈ ਕਿ ਆਉਣ ਵਾਲੀ ਤਾਕਤ ਜਿਹੜੀ ਆ ਵੋਟਾਂ ਦੀ ਉਹ ਇਹ ਨੇ ਤੇ ਆਪਾਂ ਨੂੰ ਮੰਨਣਾ ਪੈਂਦਾ, ਤੇ ਗਵਰਨਮੈਂਟ ਕਿਸੇ ਹੰਕਾਰੀ ਜਾਂ ਅੜੀਅਲ ਰੂਪ ਦੇ ਵਿੱਚ ਉਹਨੂੰ ਪ੍ਰਵਾਨ ਕਰਨ ਲਈ ਫਿਲਹਾਲ ਤਿਆਰ ਨਹੀਂ ਹੈ। ਔਰ ਇਸੇ ਕਰਕੇ ਗਵਰਨਮੈਂਟ ਦਾ ਅਕਸ ਜਿਹੜਾ ਹੈ ਉਹ ਇੱਥੋਂ ਦੇ ਲੋਕਾਂ 'ਚ, ਇੱਥੋਂ ਦੇ ਵੋਟਰਾਂ ਦੇ ਵਿੱਚ ਵੀ, ਦੁਨੀਆ ਪੱਧਰ ਦੇ ਵਿੱਚ ਵੀ ਇਹ ਲਗਾਤਾਰ ਡੈਮੇਜ ਹੁੰਦਾ ਜਾ ਰਿਹਾ। ਜੋ ਪ੍ਰਧਾਨ ਮੰਤਰੀ ਦਾ 2 ਸਾਲ ਪਹਿਲਾਂ ਸੀਗਾ ਇਮੇਜ, ਦੁਨੀਆ 'ਚ ਜਾ ਕੇ ਲੈਕਚਰ ਦਿੰਦਾ ਸੀ 50-50 ਹਜ਼ਾਰ ਦੇ ਇਕੱਠ ਸੱਦ ਕੇ, ਹੁਣ ਸਾਰੀ ਦੁਨੀਆ ਉਹਨੂੰ ਨਸੀਹਤ ਦੇਣ ਆਉਂਦੀ ਹੈ। ਪਹਿਲਾਂ ਪ੍ਰਧਾਨ ਮੰਤਰੀ ਕਹਿੰਦਾ ਸੀ ਅਸੀਂ ਗਰੋਥ ਦੇ ਇੰਜਣ ਆ ਜੀ ਸਾਰੇ ਵਰਲਡ ਦੇ, ਅਸੀਂ ਤੁਹਾਨੂੰ ਦਿਖਾਵਾਂਗੇ ਕਿਵੇਂ ਚੱਲਣਾ ਹੈ, ਔਰ ਉਹ ਸਾਰਾ ਗੱਲਾਂ ਬਿਲਕੁਲ ਹੀ ਉਲਟ ਪੈਂਦੀਆਂ ਜਾ ਰਹੀਆਂ ਨੇ। ਤੁਸੀਂ ਕਹੇ ਤੇ ਸਾਡੀ ਆਬਾਦੀ ਸਾਡਾ ਅਸੈਟ ਹੈ, ਸਾਡੇ ਕੋਲ 55% ਯੂਥ ਹੈ, ਇਹ ਯੂਥ ਹੀ ਆਉਣ ਵਾਲੇ ਸਮੇਂ ਦਾ ਸਭ ਤੋਂ ਬੜਾ ਸਾਧਨ ਹੈ ਸਾਡਾ। ਹੁਣ ਤੁਸੀਂ ਆਬਾਦੀ ਰੋਕੂ ਕਾਨੂੰਨ ਬਣਾਉਣ ਲੱਗ ਗਏ ਹੋ, ਉਦੋਂ ਉਲਟ ਕਰਕੇ ਵੀ ਫਿਰ ਜਿੱਥੇ ਬੁੱਢਿਆਂ ਦਾ ਦੇਸ਼ ਆ ਉੱਥੇ ਯੂਥ ਦਾ ਕੰਮ ਲਓ। ਤੁਸੀਂ ਕਹੋ ਕਿ ਜੇ ਉਹ ਤੁਹਾਡਾ ਅਸੈਟ ਸੀ, ਤੁਸੀਂ ਹਰ ਗੱਲ ਤੇ ਜਦੋਂ ਉਲਟ ਕਰਨ ਲੱਗ ਗਏ ਹੋ ਤਾਂ ਤੁਹਾਡੀ ਕਿਵੇਂ ਇਮੇਜ ਬਣੇ ਤੇ ਕਿਉਂ ਇਮੇਜ ਬਣੇ, ਇਹ ਕਾਫੀ ਵੱਡਾ ਸਵਾਲ ਹੈ। ਪਰ ਮੈਨੂੰ ਲੱਗਦਾ ਕਿ ਪਾਰਟੀਬਾਜ਼ੀ ਦੇ ਦਾਇਰੇ ਤੋਂ ਉੱਠ ਕੇ, ਉੱਚਾ ਉੱਠ ਕੇ ਵੱਡੇ ਦਾਇਰੇ ਦੇ ਕੁਐਸਚਨ ਨੇ। ਦੇਸ਼ ਬਾਰ-ਬਾਰ ਨਹੀਂ ਬਣਦੇ, ਦੇਸ਼ਾਂ ਦੀਆਂ ਬੁਨਿਆਦਾਂ ਬਾਰ-ਬਾਰ ਨਹੀਂ ਬਣਦੀਆਂ, ਦੇਸ਼ਾਂ ਦਾ ਇੱਕ ਚੱਲਣ ਦਾ ਜਿਹੜਾ ਰਟਨ ਹੁੰਦਾ, ਇੱਕ ਤੌਰ ਤਰੀਕਾ ਹੁੰਦਾ, ਉਹ ਬਾਰ-ਬਾਰ ਨਹੀਂ ਬਣਦਾ। ਉਹਦੇ ਤੇ ਬਹੁਤ ਸੀਰੀਅਸਲੀ ਕਾਨਸਟੀਟਿਊਸ਼ਨ ਤੇ ਬਹਿਸ ਦੀ ਲੋੜ ਹੈ। ਉਹ ਸੰਵਿਧਾਨ ਜਿਸ ਤਰੀਕੇ ਦੇ ਤੁਹਾਨੂੰ ਹੱਕ ਦਿੰਦਾ ਹੈ, ਉਹ ਹੱਕਾਂ ਨੂੰ ਲਾਗੂ ਕਰਨ ਵਾਲੀਆਂ ਸੰਸਥਾਵਾਂ ਦੀ ਮਜ਼ਬੂਤੀ ਕਿਵੇਂ ਹੋਵੇ। ਉਹ ਜਿਹੜੀਆਂ ਹੁਣ ਕਮਜ਼ੋਰ ਹੋ ਗਈਆਂ ਨੇ, ਜਿਹੜੀਆਂ ਖੜੀਆਂ ਨਹੀਂ ਹੋ ਰਹੀਆਂ, ਉਹਦੇ ਸਾਹਮਣੇ ਆ ਪੈਗਾਸਸ ਦੇ ਮਾਮਲੇ ਦੇ ਵਿੱਚ ਹੀ ਆ, ਹੁਣ 2 ਬਹੁਤ ਟੌਪ ਦੇ ਜਰਨਲਿਸਟਾਂ ਨੇ ਕੀਤਾ, ਉਹਦੇ ਤੇ ਅਗਲੇ ਹਫਤੇ ਹੁਣ ਸੁਪਰੀਮ ਕੋਰਟ ਸੁਣਵਾਈ ਕਰੇਗੀ। ਨਹੀਂ ਤਾਂ ਸਾਰੀਆਂ ਚੀਜ਼ਾਂ ਤੇ ਕਿਉਂ ਨਹੀਂ, ਆਮ ਬੰਦਾ ਵੀ ਅਸੂਮੋਟੋ ਵੀ ਤਾਂ ਇਹੋ ਜਿਹੇ ਤੇ ਲੈ ਜਾਂਦੇ ਹੁੰਦੇ ਨੇ। ਦੇਸ਼ ਦੇ ਵਿੱਚ ਗੜਬੜ ਹੈ, ਐਡਾ ਰੌਲਾ ਪੈ ਗਿਆ ਤਾਂ ਵੱਡੀਆਂ ਅਦਾਲਤਾਂ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੁੰਦੀ ਹੈ ਕਿ ਜੇ ਐਗਜੈਕਟਿਵ ਫੇਲ ਹੋ ਸਾਬਤ ਹੋ ਰਹੀ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਉਹਦੇ 'ਤੇ ਕੋਈ ਸੋਚੋ ਸਮਝੋ। ਔਰ ਮੇਰੇ ਖਿਆਲ ਇਹਦੇ 'ਚ ਇਹਦਾ ਵੀ ਪ੍ਰੈਸ਼ਰ ਹੈ ਸ਼ਾਇਦ, ਜਿਹੜਾ ਪੱਛਮੀ ਬੰਗਾਲ ਦਾ ਮਮਤਾ ਬੈਨਰਜੀ ਨੇ ਜਿਹੜਾ ਕਮਿਸ਼ਨ ਬਣਾਤਾ, ਇੱਕ ਇਹ ਵੀ ਪ੍ਰੈਸ਼ਰ ਦੇ ਇੱਕ ਤਰੀਕੇ ਨੇ ਕਿ ਸਾਰੇ ਬਣਨਗੇ। ਜਦੋਂ ਚੌਤਰਫਾ ਪ੍ਰੈਸ਼ਰ ਬਣ ਗਿਆ, ਉਹ ਪ੍ਰੈਸ਼ਰ ਇਹ ਸੱਦਾ ਦੇ ਰਿਹਾ ਕਿ 2022 ਦੀਆਂ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਨੇ, ਉਹ 5 ਰਾਜਾਂ ਦੀਆਂ ਚੋਣਾਂ ਦੇ ਵਿੱਚ ਖਾਸ ਤੌਰ 'ਤੇ ਯੂਪੀ ਸਭ ਦਾ ਫੋਕਸ ਹੈ। ਔਰ ਸਾਡੇ ਮੇਰੇ ਖਿਆਲ ਹੈ ਗੌਰਮੈਂਟ ਇਹ ਸੋਚਦੀ ਹੈ ਕਿ ਆਪਾਂ ਨੂੰ ਇਹਨਾਂ ਕੰਮਾਂ ਨਾਲ ਕੁਝ ਨਹੀਂ ਲੈਣਾ, ਆਪਾਂ ਆਪਣੀ ਇੱਕ ਅਲੱਗ ਖੇਡ ਖੇਡੋ। ਉਹ ਅਲੱਗ ਖੇਡ 'ਚ ਕੀ ਆਉਂਦਾ, ਉਹ ਕਹਿੰਦਾ ਵੀ ਆਪਾਂ ਜਾਤ ਦੇ ਆਧਾਰ 'ਤੇ ਸੋਸ਼ਲ ਇੰਜੀਨੀਅਰਿੰਗ ਕਰਾਂਗੇ। ਹੁਣ ਜਾਤ ਦੇ ਆਧਾਰ 'ਤੇ ਮਿਨਿਸਟਰੀ ਬਣ ਗਈ, ਕਿਹੜੀ ਜਾਤ ਦਾ ਇੱਕ ਇਹਦਾ ਲੈ ਲਓ, ਇੱਕ ਇਹਦਾ ਲੈ ਲਓ, ਇੱਕ ਇਹਦਾ ਲੈ ਲਓ। ਤੇ ਹੁਣ ਇਸੇ ਲਈ ਮੈਡੀਕਲ ਸੀਟਾਂ ਦਾ ਕੱਲ੍ਹ ਵਾਲਾ ਡਿਸੀਜਨ ਵੀ ਜਿਹੜਾ 27% OBC ਰਿਜ਼ਰਵੇਸ਼ਨ ਦਾ ਕੁਐਸਚਨ ਹੈ, ਕੱਲ੍ਹ ਨੂੰ ਹੋਰ ਇਹੋ ਜਿਹਾ ਡਿਸੀਜਨ, ਇਹਦੇ ਨਾਲ ਸਾਰਿਆਂ ਨੂੰ ਨੌਕਰੀਆਂ ਮਿਲ ਜਾਣਗੀਆਂ। ਜੇ ਇਹਦੇ ਨਾਲ ਮੰਨਿਆ ਵੀ ਹੈ ਕਿ 4,500 ਬੰਦੇ ਨੂੰ ਇੱਕ ਖਾਸ ਵਰਗ ਨੂੰ ਫਾਇਦਾ ਹੋਏਗਾ, ਮੰਨ ਲਓ 4,500 ਨਾਲ ਉਹ ਐਡਾ ਕੇ ਵਰਗ ਹੈ, ਉਹਦੇ ਕਰੋੜਾਂ ਬੰਦੇ ਹੋਣਗੇ ਦੇਸ਼ ਦੇ ਵਿੱਚ। ਇਹ ਸਾਰੇ ਸਿੰਬੋਲਿਕ ਚੀਜ਼ਾਂ ਕਰਕੇ ਜਿਹੜੀਆਂ ਨੇ, ਕੇਵਲ ਵੋਟ ਦਾ ਇੱਕ ਇੰਜੀਨੀਅਰਿੰਗ ਕਰਨ ਦਾ ਸਵਾਲ ਹੈ, ਇੱਕ ਮੈਨੇਜਮੈਂਟ ਕਰਨ ਦਾ ਸਵਾਲ ਹੈ। ਦੇਸ਼ ਕੇਵਲ ਮੈਨੇਜਮੈਂਟਾਂ ਨਾਲ ਨਹੀਂ ਚੱਲਦੇ, ਦੇਸ਼ ਕੁਛ ਅਸੂਲਾਂ ਨਾਲ ਚੱਲਦੇ ਨੇ, ਕੁਝ ਇਨਸਾਫ ਦੀ ਤਵੱਕੋ ਰੱਖੀ ਜਾਂਦੀ ਹੈ, ਜਿਹੜੇ ਹੁਕਮਰਾਨ ਨੇ ਉਹਦੇ ਆਧਾਰ 'ਤੇ ਚੱਲਦੇ ਨੇ, ਤਾਂ ਉਹ ਬੇਚੈਨੀ ਘਟੂਗੀ। ਜੇ ਬੇਚੈਨੀ ਉਸੇ ਤਰੀਕੇ ਦੇ ਨਾਲ ਰਹਿੰਦੀ ਹੈ, ਸਰਕਾਰਾਂ ਬਣ ਵੀ ਜਾਣਗੀਆਂ, ਦੁਬਾਰਾ ਵੀ ਬਣ ਜੇ ਹਾਲ ਇਹੋ ਜਿਹਾ ਰਹਿਣਾ, ਇਦੋਂ ਜ਼ਿਆਦਾ ਹੀ ਖਰਾਬ ਹੋਊਗਾ। ਪਹਿਲੀ ਗੌਰਮੈਂਟ ਦੇ ਵਿੱਚ ਐਡੇ ਵੱਡੇ ਮੂਵਮੈਂਟਾਂ ਨਹੀਂ ਪੈਦਾ ਹੋਈਆਂ, 19 ਤੋਂ ਬਾਅਦ ਵਾਲੀ 'ਚ ਐਦੋਂ ਵੱਡੀਆਂ ਮੂਵਮੈਂਟਾਂ ਨੇ, ਅਗਲੇ 'ਚ ਹੋਰ ਟਾਈਪ ਦੀਆਂ ਮੂਵਮੈਂਟਾਂ ਪੈਦਾ ਹੋ ਜਾਣਗੀਆਂ। ਜਮਹੂਰੀਅਤ 'ਚ ਲੋਕ ਇੰਨਾ ਜ਼ਿਆਦਾ ਤਾਂ ਦੱਬੇ ਨਹੀਂ ਰਹਿ ਸਕਣਗੇ। ਇਸ ਕਰਕੇ ਇਹਦੇ 'ਤੇ ਬਹੁਤ ਗੰਭੀਰਤਾ ਨਾਲ ਸੋਚਿਆ ਜਾਣਾ ਚਾਹੀਦਾ, ਸਭ ਨੂੰ ਸੋਚਣਾ ਚਾਹੀਦਾ, ਮਤਲਬ ਗੌਰਮੈਂਟ ਸਾਈਡ ਨੂੰ ਸੋਚਣਾ ਚਾਹੀਦਾ ਅਤੇ ਇੰਟਲੈਕਚੁਅਲ ਤਬਕੇ ਨੂੰ ਅਤੇ ਬਾਕੀ ਲੋਕਾਂ ਨੂੰ, ਕਿ ਅੱਗੇ ਭਵਿੱਖ ਕੀ ਹੈ। ਭਵਿੱਖ ਦੀ ਜਿਹੜੀ ਸਪੇਸ ਹੈ ਉਹ ਜੇ ਲੋਕਾਂ ਦੀ ਬਣੀ ਰਹੂਗੀ, ਲੋਕਾਂ ਨੂੰ ਸਵਾਲ ਕਰਨ ਦਾ ਰਾਈਟ ਰਹੇਗਾ, ਲੋਕਾਂ ਨੂੰ ਫੈਸਲੇ ਕਰਨ 'ਚ ਹਿੱਸੇਦਾਰੀ ਮਿਲੇਗੀ ਤਾਂ ਸੁਰੱਖਿਅਤ ਰਹੂਗਾ, ਨਹੀਂ ਤਾਂ ਤਾਨਾਸ਼ਾਹੀ ਵੱਲ ਚੱਲੂਗਾ ਕੰਮ, ਫਿਰ ਉਹ ਲੋਕਾਂ ਦੀ ਸੁਣਵਾਈ ਨਹੀਂ ਰਹੂਗੀ। ਬਹੁਤ ਬਹੁਤ ਸ਼ੁਕਰੀਆ ਹਮੀਰ ਜੀ।
ਜਮਹੂਰੀਅਤ 'ਚ ਜਿੱਥੇ ਬੋਲਣ ਦੀ ਆਜ਼ਾਦੀ ਹੈ, ਉੱਥੋਂ ਦੀ ਸਰਕਾਰ ਜਿਵੇਂ ਹਮੀਰ ਜੀ ਕਹਿ ਰਹੇ ਹੋ ਚੁੱਪ ਹੈ ਅਤੇ ਸੋਚ ਰਹੀ ਹੈ। ਦੇਖੋ ਕਦੋਂ ਬੋਲਦੀ ਹੈ। ਧੰਨਵਾਦ।